ਸਤਿ ਸ਼੍ਰੀ ਅਕਾਲ ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਆਸਟ੍ਰੇਲੀਆ ਦੇ ਵਿੱਚ ਅਭਿਆਸ ਦੌਰਾਨ ਅਮਰੀਕੀ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 3 ਜਵਾਨਾਂ ਦੀ ਮੌਤ, 20 ਹੋਰ ਜ਼ਖਮੀ। ਫਰਾਂਸੀਸੀ ਰਾਜਦੂਤ ਦੇਸ਼ ਛੱਡਣ ਦੇ ਲਈ 48 ਘੰਟੇ ਦੀ ਸਮਾਂ ਹੱਦ ਦਿੱਤੇ ਜਾਣ ਦੇ ਬਾਵਜੂਦ ਨਾਈਜਰ ਦੀ ਰਾਜਧਾਨੀ ਵਿੱਚ ਹੀ ਮੌਜੂਦ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਦਿੱਤੀ ਜਾਣਕਾਰੀ। ਵੂਮੈਨ ਵਿਸ਼ਵ ਕੱਪ ਜੇਤੂ ਟੀਮ ਦੀ ਖਿਡਾਰਨ ਨੂੰ ਜ਼ਬਰਦਸਤੀ ਕਿਸ ਕਰਨ ਦਾ ਮਾਮਲਾ ਅਦਾਲਤ ਵਿੱਚ ਪਹੁੰਚਿਆ। ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਕੀਤੀ ਜਾ ਸਕਦੀ ਹੈ ਕਾਰਵਾਈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ 24 ਦਿਨਾਂ ਬਾਅਦ ਆ ਸਕਦੇ ਨੇ ਜੇਲ੍ਹ ਤੋਂ ਬਾਹਰ। ਇਸਲਾਮਾਬਾਦ ਹਾਈ ਕੋਰਟ ਨੇ ਸਜ਼ਾ ਉੱਤੇ ਲਾਈ ਰੋਕ। ਤੇ ਹੁਣ ਖਬਰਾਂ ਜਾਣਦੇ ਹਾਂ ਵਿਸਥਾਰ ਦੇ ਨਾਲ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਕਿਹਾ ਹੈ ਕਿ ਨਾਈਜਰ ਦੇ ਵਿੱਚ ਫਰਾਂਸੀਸੀ ਰਾਜਦੂਤ ਨਵੇਂ ਫੌਜੀ ਆਗੂਆਂ ਦੇ ਅਹੁਦਾ ਛੱਡਣ ਦੇ ਅਲਟੀਮੇਟ ਦੇ ਬਾਵਜੂਦ ਅਜੇ ਵੀ ਤਖਤਾ ਪਲਟ ਪ੍ਰਭਾਵਿਤ ਦੇਸ਼ ਦੇ ਵਿੱਚ ਹੈ। ਪੈਰਿਸ ਦੇ ਵਿੱਚ ਰਾਜਦੂਤਾਂ ਨੂੰ ਇੱਕ ਪ੍ਰਮੁੱਖ ਵਿਦੇਸ਼ ਨੀਤੀ ਦੇ ਭਾਸ਼ਣ ਦੌਰਾਨ ਮੈਕਰੋਨ ਨੇ ਪੁਸ਼ਟੀ ਕੀਤੀ ਹੈ ਕਿ ਫਰਾਂਸੀਸੀ ਰਾਜਦੂਤ ਸਿਲਵੇਨ ਇਟੇ ਪਿਛਲੇ ਸ਼ੁੱਕਰਵਾਰ ਨੂੰ ਦੇਸ਼ ਛੱਡਣ ਦੇ ਲਈ 48 ਘੰਟੇ ਦੀ ਸਮਾਂ ਹੱਦ ਦਿੱਤੇ ਜਾਣ ਦੇ ਬਾਵਜੂਦ ਨਾਈਜਰ ਦੀ ਰਾਜਧਾਨੀ ਨਿਆਮੀ ਦੇ ਵਿੱਚ ਹੀ ਮੌਜੂਦ ਹੈ। ਜ਼ਿਕਰਯੋਗ ਹੈ ਕਿ ਨਾਈਜਰ ਦੇ ਰਾਸ਼ਟਰਪਤੀ ਮੁਹੰਮਦ ਬਾਜ਼ੂਮ ਨੂੰ 26 ਜੁਲਾਈ ਨੂੰ ਬੇਦਖਲ ਕਰ ਦਿੱਤਾ ਗਿਆ ਸੀ ਅਤੇ ਉਹਨਾਂ ਨੂੰ ਰਾਸ਼ਟਰਪਤੀ ਮਹਿਲ ਦੇ ਵਿੱਚ ਉਸਦੇ ਪਰਿਵਾਰ ਸਮੇਤ ਨਜ਼ਰਬੰਦ ਕਰ ਦਿੱਤਾ ਗਿਆ ਸੀ, ਜਿਸ ਦੀ ਫਰਾਂਸ ਅਤੇ ਨਾਈਜਰ ਦੇ ਜ਼ਿਆਦਾਤਰ ਗੁਆਂਢੀਆਂ ਦੁਆਰਾ ਨਿੰਦਿਆ ਕੀਤੀ ਗਈ ਹੈ। ਸਪੇਨ ਦੀ ਚੋਟੀ ਦੀ ਅਪਰਾਧਿਕ ਅਦਾਲਤ ਦੇ ਵਕੀਲਾਂ ਨੇ ਕਿਹਾ ਹੈ ਕਿ ਉਹਨਾਂ ਨੇ ਸਪੈਨਿਸ਼ ਫੁੱਟਬਾਲ ਮੁਖੀ ਲੂਇਸ ਰੂਬੀਏਲਸ ਦੁਆਰਾ ਵਿਸ਼ਵ ਕੱਪ ਖਿਡਾਰਨ ਜੇਨੀ ਹਰਮੋਸੋ ਨੂੰ ਜ਼ਬਰਦਸਤੀ ਚੁੰਮਣ ਦੇ ਮਾਮਲੇ ਦੀ ਸ਼ੁਰੂਆਤੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਦਾਲਤ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰੀ ਅਦਾਲਤ ਦੇ ਵਕੀਲਾਂ ਨੇ ਤੱਥਾਂ ਦੀ ਘੋਖ ਕਰਨ ਦੇ ਲਈ ਇੱਕ ਮੁੱਢਲੀ ਜਾਂਚ ਸ਼ੁਰੂ ਕੀਤੀ ਹੈ ਜੋ ਕਿ ਜਿਨਸੀ ਸ਼ੋਸ਼ਣ ਦਾ ਅਪਰਾਧ ਬਣ ਸਕਦਾ ਹੈ। ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਹਰਮੋਸੋ ਨੂੰ 15 ਦਿਨਾਂ ਦੇ ਅੰਦਰ ਮੁਕੱਦਮਾ ਦਾਇਰ ਕਰਨ ਦਾ ਮੌਕਾ ਦੇਣ ਲਈ ਵੀ ਸੰਪਰਕ ਕਰਨਗੇ ਤੇ ਦੂਜੇ ਪਾਸੇ ਰੂਬੀਏਲਸ ਦੀ ਆਲੋਚਨਾ ਦੇ ਵਿਚਕਾਰ ਉਸਦੀ ਮਾਂ ਐਂਜਲੇਸ ਬੇਜਾਰ ਨੇ ਸੋਮਵਾਰ ਨੂੰ ਆਪਣੇ ਆਪ ਨੂੰ ਮੋਂਟਰੀਲ ਦੇ ਵਿੱਚ ਇੱਕ ਚਰਚ ਦੇ ਅੰਦਰ ਬੰਦ ਕਰ ਲਿਆ ਅਤੇ ਆਪਣੇ ਪੁੱਤਰ ਨਾਲ ਹੋ ਰਹੇ ਸਲੂਕ ਦੇ ਵਿਰੋਧ ਵਿੱਚ ਭੁੱਖ ਹੜਤਾਲ ਉੱਤੇ ਬੈਠ ਗਈ ਹੈ। ਰੂਬੀਏਲਸ ਦੀ ਚਚੇਰੀ ਭੈਣ ਦਾ ਕਹਿਣਾ ਹੈ ਕਿ ਇਹ ਇੱਕ ਅਤਿਆਚਾਰ ਹੈ ਜੋ ਜਾਇਜ਼ ਨਹੀਂ ਹੈ। ਉਸਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਜੈਨੀ ਸੱਚ ਬੋਲੇ ਕਿਉਂਕਿ ਉਹ 3 ਵਾਰ ਆਪਣਾ ਬਿਆਨ ਬਦਲ ਚੁੱਕੀ ਹੈ। ਉਸਦਾ ਪਰਿਵਾਰ ਦੁਖੀ ਹੈ। ਆਸਟ੍ਰੇਲੀਆ ਦੇ ਪੂਰਬੀ ਖੇਤਰ ਦੇ ਟੇਵੀ ਟਾਪੂ ਉੱਤੇ ਐਤਵਾਰ ਸਵੇਰੇ ਇੱਕ ਜਹਾਜ਼ ਹਾਦਸੇ ਵਿੱਚ 3 ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 20 ਹੋਰ ਜ਼ਖਮੀ ਨੇ। ਅਧਿਕਾਰੀਆਂ ਨੇ ਦੱਸਿਆ ਹੈ ਕਿ 8 ਅਮਰੀਕੀ ਫੌਜੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਇਹਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। US ਮਰੀਨ ਕੋਰ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਜਿਹੜੇ ਜਹਾਜ਼ ਹਾਦਸੇ ਵਿੱਚ ਫੌਜੀਆਂ ਦੀ ਮੌਤ ਹੋਈ ਹੈ ਉਹ ਬੋਇੰਗ MV-22B ਏਅਰਕ੍ਰਾਫਟ ਹੈ। ਇਸ ਦੇ ਵਿੱਚ 23 ਅਮਰੀਕੀ ਫੌਜੀ ਸਵਾਰ ਸਨ ਜੋ ਡਾਰਵਿਨ ਦੇ ਵਿੱਚ ਤਾਇਨਾਤ ਹਨ ਅਤੇ ਆਸਟ੍ਰੇਲੀਆ ਤੇ ਫਿਲੀਪੀਨਸ ਦੀਆਂ ਫੌਜਾਂ ਦੇ ਨਾਲ ਅਭਿਆਸ ਦੇ ਵਿੱਚ ਹਿੱਸਾ ਲੈ ਰਹੇ ਸਨ। The Northern Territory passes on our deepest condolences and our thoughts are with the victims' family and friends and everyone involved in this tragic accident. I would just like to start by acknowledging that the Marines are part of the Territory community. These people weren't simply here for a few weeks on an exercise. They're a rotational force that comes through the top end every year and they integrate themselves into our community. They attend sporting events, they attend schools and they provide support. So they're certainly part of our community and we're all feeling their loss. What we can update you today is that we had 20 patients yesterday attend Royal Darwin Hospital. Some of those went directly to Royal Darwin Hospital from the crash scene. Others were triaged at the Darwin airport. And currently we've seen 12 of those people discharged from Royal Darwin Hospital Emergency Department and 8 remain in hospital. The mission has now changed from one of rescue to recovery. The Emergency Operations Centre will now focus on the recovery of the 3 deceased Marines with dignity. Additional resources across defence,
police and the fire service have now been deployed to the crash site to examine, analyse safely the crash site and manage and obviously collect the evidentiary material alongside defence to understand what's occurred. This recovery and investigation will be prolonged, enduring and complex. We are planning to be at the crash site for at least 10 days at this stage. I would like to thank everyone yesterday invested in a very concerted rescue effort, a very important effort that was fast moving, complex and in very difficult terrain. And I'd like to thank everyone that's invested and committed in the recovery stage, which is going to be very difficult. Incredibly lucky, incredibly thankful for a chopper that crashes and then catches fire, for have 20 Marines that are surviving. I think that's an incredible outcome. And, you know, again, our thoughts are with the 3 Marines that have died during service for their country, and our thoughts go out to their country, to the United States Marine Corps and all their colleagues and friends. We can confirm that there is one patient in the ICU and the other patients are receiving care in the normal wards. They're all receiving the care that they need. ਤੇ ਉਧਰ ਮੈਕਸੀਕਨ ਤੱਟ ਤੋਂ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਦੇ ਲਈ ਟੈਕਸਸ ਦੁਆਰਾ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਜੋ ਪ੍ਰਵਾਸੀਆਂ ਦੇ ਲਈ ਬੇਹੱਦ ਹੀ ਜਾਨਲੇਵਾ ਨੇ ਅਤੇ ਹੁਣ ਪ੍ਰਵਾਸੀਆਂ ਵੱਲੋਂ ਰੀਓ ਗ੍ਰਾਂਡੇ ਦਾ ਰੁਖ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਟੈਕਸਸ ਦੁਆਰਾ ਉਹਨਾਂ ਦੇ ਰਸਤੇ ਨੂੰ ਰੋਕਣ ਲਈ ਰੱਖੇ ਗਏ ਸੰਤਰੀ ਰੰਗ ਦੇ ਵੱਡੇ ਬੋਏ ਦੀ ਇੱਕ ਸਤਰ ਤੋਂ ਬਚ ਸਕਣ ਅਤੇ ਸੰਯੁਕਤ ਰਾਜ ਵੱਲ ਵੱਧ ਸਕਣ। ਉਹ ਈਗਲ ਪਾਸ ਨੂੰ ਪਾਰ ਕਰਦੇ ਹੋਏ ਦੱਖਣੀ ਟੈਕਸਾਸ ਦੇ ਵਿੱਚ ਜਾਂਦੇ ਨੇ ਜਿੱਥੇ ਉਹ ਰਾਜ ਦੇ ਗਵਰਨਰ ਗ੍ਰੇਗ ਐਬੋਟ ਨੇ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਫੌਜ ਨੂੰ ਤਾਇਨਾਤ ਕੀਤਾ ਹੈ। ਇੱਕ ਵੈਨਜ਼ੂਏਲਾ ਪ੍ਰਵਾਸੀ ਨੇ ਦੱਸਿਆ ਹੈ ਕਿ ਉਹ 2 ਬੱਚਿਆਂ ਨਾਲ ਯਾਤਰਾ ਕਰ ਰਿਹਾ ਹੈ ਅਤੇ ਉਸ ਨੂੰ ਜੰਗਲ ਦੇ ਵਿੱਚ ਲਗਭਗ 5 ਦਿਨ ਲੱਗੇ ਨੇ ਅਤੇ ਇਹ ਜੰਗਲੀ ਰਸਤਾ ਕਾਫੀ ਮੁਸ਼ਕਲਾਂ ਦੇ ਨਾਲ ਭਰਿਆ ਹੋਇਆ ਸੀ। For me, the buoys are useless unless they're going to be put across all the Rio Grande. But as you can see, there's not enough to stop anyone from coming across. They'll just go around them. We're human first, and you see the humanity first. You don't see that they're coming across illegally. You don't say, wait a minute, you shouldn't be here. That's not our first human instinct. My husband and I do not believe in open borders, but we also don't believe that we should treat people inhumanely. Yeah, they moved them. The buoys are bad because they're designed to rotate. And in between each buoy, there's a serrated blade. A serrated blade, like something that you have on a circular saw. It's there. So if you try to climb over it, you're gonna slip off and fall on the serrated blade and it's gonna cut you. Right now I am shut down. I can't. I won't go into the river because nobody wants to get in there because of all this. You know, I can't show them how beautiful our site is. Does that look beautiful to you? It's a war zone. He made the governor of Texas put up a nice little stage area here to make it look like a war zone. You know, but you look on the other side, it looks beautiful. And that's how that side used to look over here. Natural, beautiful. This doesn't belong here. You know, there's like animals, there's wildlife, there's river, and like there's another city. We can see each other normally. It's so close that you can literally like talk to each other. And just this isn't what our community is, and this isn't how we treat people either. I mean, it's a really sad thing to see migrants being herded like cattle, you know. ਵਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ 10 ਸਤੰਬਰ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਨੇਤਾ ਨੁਗੁਏਨ ਫੂ ਟਰੌਂਗ ਦੇ ਨਾਲ ਮੁਲਾਕਾਤ ਲਈ ਵੀਅਤਨਾਮ ਦਾ ਦੌਰਾ ਕਰਨਗੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਰਨ ਜੀਨ ਪੀਅਰੇ ਨੇ ਕਿਹਾ ਹੈ ਕਿ ਬਾਈਡਨ ਅਤੇ ਵੀਅਤਨਾਮ ਦੇ ਨੇਤਾ ਤਕਨਾਲੋਜੀ ਕੇਂਦਰਿਤ ਅਤੇ ਨਵੀਨਤਾ ਸੰਚਾਲਿਤ ਵੀਅਤਨਾਮੀ ਅਰਥਚਾਰੇ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਨਾਲ ਹੀ ਸਿੱਖਿਆ ਦੇ ਆਦਾਨ ਪ੍ਰਦਾਨ ਦਾ ਵਿਸਥਾਰ ਕਰਨ ਉੱਤੇ ਗੱਲਬਾਤ ਕਰਨ।
ਉਨ੍ਹਾਂ ਦੱਸਿਆ ਕਿ ਵਿਚਾਰ ਵਟਾਂਦਰੇ ਦੇ ਵਿੱਚ ਜਲਵਾਯੂ ਤਬਦੀਲੀ ਦਾ ਮੁਕਾਬਲਾ ਕਰਨ ਅਤੇ ਖੇਤਰ ਦੇ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਸਥਿਰਤਾ ਨੂੰ ਵਧਾਉਣ ਦੇ ਤਰੀਕਿਆਂ ਉੱਤੇ ਵੀ ਚਰਚਾ ਕੀਤੀ ਜਾਵੇਗੀ। As we just announced moments ago, President Biden will travel to Hanoi, Vietnam on September 10th, following his participation in the G20 summit in New Delhi. While in Hanoi, President Biden will meet with key leaders to discuss ways to deepen the cooperation between the United States and Vietnam. The leaders will explore opportunities to promote the growth of technology-focused and innovation-driven Vietnamese economy, expand our people-to-people ties through education exchanges and workforce development programs, I should say, combat climate change and increase peace, prosperity, and stability in the region. And on Monday, September 11th, the President, the Vice President, First Lady, and Second Gentleman will mark the 22nd anniversary of the terror attacks on September 11th, 2001. The President will travel from Hanoi to Alaska to participate in a memorial ceremony with members of the military and their families. The Vice President and the Second Gentleman will participate in a commemoration ceremony at the National September 11th Memorial and Museum in New York City, and the First Lady will lay a wreath at the National 9/11 Pentagon Memorial to honor the lives lost on September 11th. ਪਾਕਿਸਤਾਨ ਦੇ ਵਿੱਚ 25 ਜੂਨ ਤੋਂ ਸ਼ੁਰੂ ਹੋਏ ਮੌਨਸੂਨ ਸੀਜ਼ਨ ਦੌਰਾਨ ਹੁਣ ਤੱਕ ਕਰੀਬ 175 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਹੋਰ ਜ਼ਖਮੀ ਨੇ। ਦੇਸ਼ ਦੀ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦਾ ਤਕਰੀਬਨ 1/3 ਹਿੱਸਾ ਪਾਣੀ ਦੇ ਵਿੱਚ ਡੁੱਬ ਗਿਆ ਸੀ, ਪਰ ਪੰਜਾਬ ਦਾ ਕੇਂਦਰੀ ਸੂਬਾ ਇਸ ਦੇ ਮਾੜੇ ਪ੍ਰਭਾਵਾਂ ਤੋਂ ਕਾਫੀ ਹੱਦ ਤੱਕ ਬਚ ਗਿਆ। ਸਿੰਧ ਅਤੇ ਬਲੋਚਿਸਤਾਨ ਦੇ ਵੱਡੇ ਹਿੱਸੇ ਅਜੇ ਵੀ ਨੁਕਸਾਨ ਤੋਂ ਉੱਭਰ ਰਹੇ ਨੇ। ਪੰਜਾਬ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਮੌਨਸੂਨ ਦਾ ਪੂਰਵ ਅਨੁਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਵਧਾ ਸਕਦਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਮੌਸਮੀ ਬਾਰਿਸ਼ਾਂ ਨੂੰ ਭਾਰੀ ਅਤੇ ਜ਼ਿਆਦਾ ਅਣਅਨੁਮਾਨਿਤ ਕਰ ਰਿਹਾ ਹੈ। हाँ जी उठाओ इसको आए आओ सामने मैनू पकड़ा आओ चल मामा चल शायद एक जैकेट पकड़ा है। जैकेट है मेरे हाथ में, आ जाओ आओ साथ में जैकेट एक मिनट तो हट आप इधर आ जाओ, शायद आप खुद आ जाओ। हम उनको लेने के लिए आए हुए हैं, रेस्क्यू वाले। कोई भी बंदा अंदर आए तो बैठ तशरीफ ले आए ताकि उसको खुश्क जगह पे छोड़ा जा सके। बड़े परेशान है, पानी बहुत ज़्यादा आया है, बाढ़ बच्चे पैरे जुत्ती भी नहीं रही, कश्तियाँ ते आ गए हैं। भला होवे सरकार दा जहाँ काट लिया है, शुक्र है अल्लाह दा, आधी जिंदगी बच गई है। कश्तियाँ गलियाँ ने बड़ी मेहरबानी उन्हों दी, खड़े हैं नार ते और वेने जो की हालात। कश्तियाँ ते आए हैं, बड़े औखे आए, बच्चे अद्धे घरे बैठे अद्धे अस आ गए। कख नहीं जुत्ती नहीं चान दी, कोई शह नहीं लेंदी, सब कुछ रुड़ गया। छत्तां ते पानी बदा नेड़े कोई नहीं, बच्चे माल सब कुछ रुड़ गया। सैलाब साढ़े वाल आया होया ते साडा घर बार सब डिग गया, सारा समान भी साड़ा लुढ़ गया, साड़ा सारा फसलां भी साड़ियां बुड़ गई, कोई चीज़ नहीं लैके आए। साढ़े घर कश्तियाँ आईयां, कश्तियाँ सानू कढ़ के बाहर पानी च लैके आईयां ते हुण साढ़े वास्ते कोई कपड़ा लीड़ा नहीं है साढ़े कोल, असीं कोई चीज़ नहीं लैके बाहर आए हैं, सिर्फ अपनी जान अपना घर बार छड़ के सब कुछ आ गए हैं। यहाँ पे ना और कश्तियाँ भेजें क्योंकि आवाम बहुत परेशान है, पानी बहुत ज़्यादा। जिस टाइम 1988 में जो फ्लड आया था ना, गेज वहाँ पे पहुँच चुकी है, तो हमारा इंतज़ामिया से भी, एसी साहब से भी, डीसी साहब से भी यही मुतालबा है यहाँ पे ज़्यादा से ज़्यादा कश्तियाँ भेजें क्योंकि बंदों को रेस्क्यू किया जा सके। इसके अलावा हमारे 13 पॉइंट्स चल रहे हैं पूरे डिस्ट्रिक्ट में और 26 बोट्स के साथ हम यहाँ पर अपना रेस्क्यू ऑपरेशन चला रहे हैं, जिसमें अब तक हम सिर्फ बोट के ज़रिए 5000 से ज़्यादा लोगों को निकाल चुके हैं, जिसमें ख़वातीन भी हैं, बच्चे भी हैं और 1000 से ज़्यादा हमने जानवर भी निकाले हैं, छोटे जानवर। ਇਸਲਾਮਾਬਾਦ ਹਾਈ ਕੋਰਟ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ
ਤੋਸ਼ਾਖਾਨਾ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਅਤੇ 3 ਸਾਲ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ। ਡੌਨ ਅਖਬਾਰ ਦੇ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਦੀ ਜੇਲ੍ਹ ਦੀ ਸਜ਼ਾ ਦੇ ਖਿਲਾਫ ਅਪੀਲ ਉੱਤੇ ਚੀਫ ਜਸਟਿਸ ਆਮਿਰ ਫਾਰੂਕ ਅਤੇ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਦੀ ਇੱਕ ਡਿਵੀਜ਼ਨ ਬੈਂਚ ਨੇ ਇਹ ਹੁਕਮ ਸੁਣਾਇਆ ਹੈ। ਜ਼ਿਕਰਯੋਗ ਹੈ ਕਿ 5 ਅਗਸਤ ਨੂੰ ਇਸਲਾਮਾਬਾਦ ਦੀ ਇੱਕ ਹੇਠਲੀ ਅਦਾਲਤ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੁਆਰਾ ਦਾਇਰ ਕੇਸ ਦੇ ਵਿੱਚ ਪੀਟੀਆਈ ਮੁਖੀ ਨੂੰ ਸਰਕਾਰੀ ਤੋਹਫਿਆਂ ਦੇ ਵੇਰਵੇ ਛੁਪਾਉਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ ਅਤੇ ਉਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਇਸ ਫੈਸਲੇ ਦਾ ਮਤਲਬ ਸੀ ਕਿ ਉਹਨਾਂ ਨੂੰ 5 ਸਾਲ ਦੇ ਲਈ ਆਮ ਚੋਣਾਂ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। वो उनकी बेल जो है 12 तारीख तक हो गई है और अभी हम इस्लामाबाद हाई कोर्ट में आए। फैसला 11:30 बजे मुतवक्को था। अब हमें उम्मीद है कि 12 बजे तक फैसला आ जाएगा। 12:30 बजे का टाइम दिया है, लेकिन अगर 12:30 का दिया है तो चलो ठीक है, 12:30 तक इंतज़ार करते हैं। इसमें वाज़ेह बात ये बताता जाऊँ कि साइफ़र वाला जो मामला था, साइफ़र के हवाले से, गिरफ्तारी के हवाले से हमें पता चला है कि जी टीम गई है। ये हर रोज़ एक बाकायदा तौर पर ये चलाई जाती है मीडिया के ऊपर जी के साइफ़र वाले मामले के ऊपर गिरफ्तारी डाल दी गई है। गिरफ्तारी डालने का प्रोसेस एक है कि अगर आपने 6 दिन पहले गिरफ्तारी डाली है तो 24 घंटों के अंदर अंदर मुतलका कोर्ट में पेश करना होता है, जो कि अब तक नहीं किया गया। और अगर अब गिरफ्तारी डालते हैं या इस तरह कोई काम करते हैं तो ड्यू प्रोसेस या आप ये समझ लें कि फेयर ट्रायल जो है वो आईने पाकिस्तान प्रोटेक्शन देता है। और हमने उस हवाले से जो है इस्लामाबाद हाई कोर्ट में दरख्वास्त दे दी है, जिसमें हमने यही इस्तदा की है कि आइन का आर्टिकल 10A है जो, उसके मुताबिक जो है फेयर ट्रायल का जो है मौका दिया जाए, क्योंकि आइन पाकिस्तान जब बुनियादी हकूक़ की हिफाजत करता है तो कैसे उनके वॉलेट किए जा सकते हैं। और 5 जो है अगस्त के बाद कोई भी मुकदमा उनके ऊपर दर्ज हुआ है या किसी मुकदमे में वो गिरफ्तारी के हवाले से प्रोग्राम बना के बैठे हैं तो मुकम्मल तौर पर प्रोटेक्शन मिलनी चाहिए। आप सब के सामने पहले भी मिसालें हैं, बल्कि इस्लामाबाद हाई कोर्ट के चीफ जस्टिस साहब की जब अदालत में मौजूद थे तो उन्होंने जो है अदालत के अंदर ये वाज़ेह तौर पर कहा कि आसफ जरदारी केस में ये डिसाइड हो चुका है कि एक बंदा जब गिरफ़्तार होता है जेल के अंदर तो मज़ीद किसी मुकदमे में गिरफ़्तारी नहीं डाली जा सकती। तो उम्मीद है कि वही जो है कानून जो है फॉलो किया जाएगा और उनको गिरफ़्तार नहीं किया जाएगा, क्योंकि ये सारे सियासी पॉलिटिकल जितने भी FIRs और मुकदमात बनाए गए हैं, ये जब से उनकी हुकूमत गई है उसके बाद एक पूरा प्रोसेस वो पूरे पाकिस्तान में एक टूर लगवाने के लिए ये सारा किया गया, लेकिन वो तो उन्होंने फेस किया और कर भी रहे हैं। लेकिन एक आइन जो है वो किसी के साथ इस तरह का खिलवाड़ करने की कभी भी इजाज़त नहीं देता कि आप किसी के ऊपर झूठे मुकदमे बनाएं, झूठे केसेस बनाएं और झूठे मुकदमों में उन्हें गिरफ़्तार करें। 1 मिनट भी किसी को गिरफ़्तार नहीं किया जा सकता। जी सर क्या समझते हैं जो साइफर का मामला है, इस पर ट्रायल चलाए बगैर क्या गिरफ्तारी मुमकिन है? कानून क्या कहता है इसमें? देखें, इसके ऊपर वाज़ेह तौर पर पहले तो मैं बता दूं कि साइफ़र वाला जो केस है, केस के अंदर इससे पहले 3 बयान आए थे। एक ये आया था जी कि साइफ़र आया ही नहीं है, दूसरा बयान था जी कि साइफ़र चोरी हो गया, तीसरा बयान था जी कि साइफ़र सियासी मकासद के लिए इस्तेमाल हुआ है। तो पहली बात तो एडमिट हो गई कि साइफ़र आया है। दूसरी बात अब रह गई कि वो साइफ़र चोरी हुआ है। चोरी कैसे हो सकता है? PM खुद जो है उसका जो PM ऑफिस का कस्टोडियन नहीं होता, बल्कि उसका स्टाफ होता है जो डॉक्यूमेंट्स या जितने भी दस्तावेज़ात होते हैं उनके अंडर होते हैं, उनके सेक्रेटरी वगैरह होते हैं। तो फिर तीसरा आगे जी कि सियासी मकासद के लिए इस्तेमाल हुआ है। अब ये जो FIR दर्ज हुई है ये ऑफिशियल सीक्रेट एक्ट के तहत दर्ज नहीं हो सकती। वो कैसे नहीं हो सकती? क्योंकि साइफ़र जो है ओरिजिनल फॉर्म में वो फॉरेन ऑफिस में पड़ा हुआ है और ये हम तो कह ही रहे थे, लेकिन FIA ने भी ये मान लिया है कि साइफ़र जो है ओरिजिनल हालत में इस वक्त जो है वो फॉरेन ऑफिस में पड़ा है। तो जब ओरिजिनल हालत में वो कोडिफाइड जो फॉर्म में उधर पड़ा है तो फिर कैसे आप कह सकते हैं कि वो जो है ऑफिशियल सीक्रेट एक्ट के तहत जो FIR दी जाएगी? और सियासी मकासद वाला भी जुमला ख़त्म होता है, क्योंकि चलती फिरती हुकूमत उनकी गिर गई तो वो वाज़ेह है, बजाय ये कि ये उनकी गैरत और उसके ऊपर दाद देते कि उन्होंने ज़बरदस्त तरीके से जानदारी से ये कहा है कि एक मुदाखलत हुई है, उल्टा उनके ऊपर एक झूठा मुकदमा दर्ज कर दिया गया है दौरान हिरासत जो पहले वो कस्टडी के अंदर है।
ਆਊਟਲੁੱਕ ਗਰੁੱਪ ਦੇ ਵੱਲੋਂ ਕਾਫੀ ਟੇਬਲ ਬੁੱਕ 6 ਐਂਡ ਮੋਦੀ ਏ ਜਰਨੀ ਆਫ 9 ਇਅਰਸ ਰਿਲੀਜ਼ ਕੀਤੀ ਗਈ ਹੈ। ਇਸ ਬਾਰੇ ਇੱਕ ਸਮਾਗਮ ਦੌਰਾਨ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ JP ਨੱਡਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਦ੍ਰਿੜਤਾ ਦੇ ਨਾਲ ਨਿਆਂ ਪ੍ਰਦਾਨ ਕਰਕੇ ਮੁੱਖ ਧਾਰਾ ਵਿੱਚ ਲਿਆਂਦਾ ਹੈ। ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਏ ਗਏ ਵੱਖ-ਵੱਖ ਫੈਸਲਿਆਂ ਨੂੰ ਉਜਾਗਰ ਕਰਦਿਆਂ ਨੱਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਲਈ ਜੋ ਕੀਤਾ ਹੈ ਉਹ ਅੱਜ ਤੱਕ ਕਿਸੇ ਹੋਰ ਆਗੂ ਨੇ ਨਹੀਂ ਕੀਤਾ। ਕਾਬਲੇ ਗੌਰ ਹੈ ਕਿ ਬੇਸ਼ੱਕ ਸਰਕਾਰਾਂ ਦੇ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਨੇ, ਪਰ ਸਿੱਖਾਂ ਨੂੰ ਇਸ ਮੁਲਕ ਦੇ ਵਿੱਚ ਕਿੰਨਾ ਕੁ ਇਨਸਾਫ ਮਿਲਿਆ ਇਹ ਤਾਂ ਸਭ ਜਾਣਦੇ ਨੇ। ਫਿਲਹਾਲ ਆਪਾਂ ਸੁਣਦੇ ਹਾਂ JP ਨੱਡਾ ਦਾ ਬਿਆਨ। मुझे पूरा विश्वास है कि ये एक सकारात्मक विचार लोगों के मन में, जिस तरीके से देश की एकता अखंडता के लिए सिख समुदाय ने, सिख कौम ने, सिख धर्म ने काम किया है, वह भी दुनिया के सामने आएगा। और एकता के लिए जो हमारे सिख गुरुओं ने और राष्ट्रभक्ति के लिए जिन कामों को किया है वह भी दुनिया के सामने सही रूप में रखा जाएगा। यह कॉफी टेबल बुक इसमें काम करेगा, ऐसा मेरा मानना है। हम सब लोग जानते हैं कि सिख गुरुओं से जो हमको प्रेरणा मिली उसने समाज को इकट्ठा रखने में, देशभक्ति का जज्बा पैदा करने में, धर्म के प्रति समर्पण रखने में और एकता लाने में बहुत बड़ा योगदान किया है। और उनके बताए हुए रास्ते पर हम सब लोग चलते हुए भारत देश को मजबूत बनाने में सिख कौम का योगदान और उसके दृष्टि से किस तरीके से राष्ट्रीयता को आगे बढ़ाने के लिए सिख धर्म ने अपने आप को कुर्बान किया, ताकत लगाई, पूरे जोर शोर से लगे, यह भी दुनिया के सामने स्पष्ट रूप से आएगा, ऐसा भी मेरा मानना है। 1984 का सिख राइट्स, मैं तो दिल्ली था, मैंने देखा है वो मंजर हमने देखा है। 30 साल तक 30 इयर्स कोई अरेस्ट नहीं, कोई एक्शन नहीं, और एक राजनीतिक दल के लोगों को प्रोटेक्शन, उस प्रोटेक्शन में वो चलते रहे, किसी ने नहीं पूछा। प्रधानमंत्री मोदी जी ने SIT बैठाई, एक्शन हुआ और 35 साल बाद आजीवन कारावास में वो गए जो लोग उसके दोषी थे इस तरीके की एक्टिविटी। हमारे गुरुद्वारे जो अपने आप में बहुत अच्छे तरीके से मैनेज होते हैं और आगे चलते हैं, लेकिन वहां टूरिस्ट फैसिलिटी डेवलप हो, वहां अच्छी व्यवस्थाएं बाहर डेवलप हो, इंफ्रास्ट्रक्चर डेवलप हो, रोड्स कनेक्टिविटी ये हो। इसके लिए टूरिज्म डिपार्टमेंट ने मोदी जी के नेतृत्व में एक टूरिस्ट सर्किट के तहत, रिलीजियस टूरिस्ट सर्किट के तहत हमारा अनंतपुर साहब, फतेहगढ़ साहब, हमारा चमकौर साहब, फिरोजपुर, अमृतसर, हमारा कलानौर, इन सभी जगह के गुरुद्वारों को इंफ्रास्ट्रक्चर और कनेक्टिविटी से जोड़ने का काम किया है। तो वह भी प्रधानमंत्री मोदी जी के नेतृत्व में वो आगे चल रहा है, यह भी हम सब लोगों को मालूम है। ਦਿੱਲੀ ਦੇ ਵਿੱਚ 9 ਤੋਂ 10 ਸਤੰਬਰ ਦੇ ਵਿਚਕਾਰ G20 ਸੰਮੇਲਨ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਅਮਰੀਕਾ ਸਮੇਤ ਕਈ ਵੱਡੇ ਮੁਲਕਾਂ ਦੇ ਡੈਲੀਗੇਟਸ ਭਾਰਤ ਦੀ ਆਓ ਭਗਤ ਦਾ ਆਨੰਦ ਮਾਣਨਗੇ। ਇਸ ਪ੍ਰੋਗਰਾਮ ਦੇ ਲਈ ਦਿੱਲੀ ਸਰਕਾਰ ਅਤੇ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਤਿਆਰ ਹੈ। ਪੂਰੇ ਸ਼ਹਿਰ ਨੂੰ ਸਜਾਇਆ ਜਾ ਰਿਹਾ ਹੈ ਤਾਂ ਕਿ ਬਾਹਰਲੇ ਮੁਲਕਾਂ ਉੱਤੇ ਭਾਰਤ ਦਾ ਚੰਗਾ ਪ੍ਰਭਾਵ ਪਵੇ। ਇਸ ਮੌਕੇ ਦਿੱਲੀ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ, आओ जानते हैं। दिल्ली जो है पूरी तरीके से G20 के सैलानियों का स्वागत करने के लिए तैयार है। दिल्ली के लोग बाहें खोल के जो है अपने सैलानियों का इंतज़ार कर रहे हैं, स्वागत कर रहे हैं, और हम चाहते हैं जब वो वापस जाएं तो भारत को, भारत की राजधानी को और राजधानी के दिल्ली के लोगों को हमेशा याद रखें। भारत के लिए बहुत ही सम्मान की बात है कि इस बार G20 की अध्यक्षता हमें मिली और दिल्ली में ये सम्मेलन होने वाला है, समिट होने वाला है, और उसके लिए पूरी तरह से दिल्ली की जो सरकार है, MCD है और जितने तमाम डिपार्टमेंट हैं उन लोगों ने अपनी तैयारी कर चुके हैं और हम लोग फाइनल स्टेज पर हैं। क्योंकि जब भी कोई भारत में बाहर के देश से कोई टूरिस्ट आता है, कोई डेलीगेशन आता है, तो सबसे पहले जो हमारे दिल्ली की जो धरोहर है, पुरानी दिल्ली है, चांदनी चौक है, कुतुब मीनार है, हमारा
हमारा लाल किला है, इन जैसे एरिया में उनका इंटरेस्ट रहता है और हम लोग उनको इनवाइट भी करना चाहते हैं कि वो यहाँ पर आएँ और दिल्ली की धरोहर देखें, ताकि G20 सम्मेलन के बहाने वो ये पा सके, ये देख सके कि जो भारत देश है कैसा, जो यहाँ पर इसकी हिस्ट्री है, कितनी रिच इसका हिस्ट्री है, कितनी रिच इसका कल्चर है, ताकि जब वो वापस जाएं वो पाएं कि एक मेहमान नवाजी का भी हमें इस बार मौका मिला है। और उसके लिए पूरी तरह से MCD, PWD, अर्बन डेवलपमेंट डिपार्टमेंट, सारे तमाम डिपार्टमेंट पूरी तरह से तैयार हैं और हम आशा करते हैं कि G20 जो सम्मेलन है इस बार पूरी तरह से हम उसको करने में कामयाब रहेंगे। ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਖਿਲਾਫ ਇਸ ਦੇਸ਼ ਦੇ ਵਿੱਚ ਕਾਫੀ ਜ਼ਹਿਰ ਭਰਿਆ ਜਾ ਰਿਹਾ ਹੈ ਤੇ ਹਰ ਥਾਂ ਮੁਸਲਮਾਨਾਂ ਨੂੰ ਇੱਕ ਸਾਜ਼ਿਸ਼ ਤਹਿਤ ਜਲੀਲ ਕੀਤਾ ਜਾਂਦਾ ਹੈ। ਤਾਜ਼ਾ ਮਾਮਲਾ ਮੁਜ਼ੱਫਰਾ ਨਗਰ ਤੋਂ ਹੈ, ਜਿੱਥੇ ਇੱਕ ਸਕੂਲ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸਕੂਲ ਦੀ ਇੱਕ ਮੈਡਮ ਮੁਸਲਿਮ ਬੱਚੇ ਦੇ ਨਾਲ ਗੈਰ ਮੁਸਲਮਾਨਾਂ ਤੋਂ ਥੱਪੜ ਮਰਵਾ ਰਹੀ ਹੈ। ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਾਫੀ ਹੋਈ। ਹੁਣ ਇਸ ਮਾਮਲੇ ਉੱਤੇ ਮੁਸਲਿਮ ਆਗੂ ਅਸਦੁਦੀਨ ਓਵੈਸੀ ਨੇ ਵੀ ਟਿੱਪਣੀਆਂ ਕੀਤੀਆਂ ਅਤੇ ਮੰਗ ਕੀਤੀ ਹੈ ਕਿ ਬੱਚਿਆਂ ਦੇ ਨਾਲ ਧਰਮ ਦੇ ਆਧਾਰ ਉੱਤੇ ਤਸ਼ੱਦਦ ਕਰਵਾਉਣ ਵਾਲੀ ਇਸ ਮੈਡਮ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ है। टीचर हो सकता है कि उनको समझ में नहीं आ रहा, उनका जो जहर उन्होंने पैदा किया मासूम बच्चों के जरिए, क्योंकि वो एक बड़ी कम्युनिटी को बिलोंग करती हैं और एक बड़ी कास्ट को बिलोंग करती हैं और वहाँ पर मुसलमान कम तादाद में है, तो इसलिए उनका ये जो बयान है वो उनके कम्युनल बिहेवियर की का एक अक्कासी करता है। वो बैठकर बच्चों को बोल रही है कि मोहम्मदन बच्चों को मारो, वो बैठकर कह रही है कि तुमने हल्का क्यों मारा और मारो, और उसके बावजूद भी उनमें इतनी बराबर भी शर्म नहीं है, हया नहीं है कि आप टीचर हैं और पेरेंट्स आपके भरोसे पर बच्चों को भिजाते हैं और आप वहां पर बैठकर उन मासूम बच्चों को हिंदू मुसलमान बता रहे हैं। अब तक अरेस्ट क्यों नहीं किया जा रहा उस टीचर को? उन पर सेक्शन 75 जूनियर जस्टिस एक्ट क्यों नहीं लगाया जा रहा है? और ये क्या तमाशा है, वहां पर वो मासूम बच्चे को लाकर उन बच्चों से गले मिला रहे हैं। और आज मैं देखा कि वो बच्चा कह रहा है कि रातों में नींद नहीं आ रही मुझे। आप मासूम बच्चों के मेमोरीज को बर्बाद कर रहे हैं। 7 साल के बच्चों को आप सिखाते हैं नफरत, हिंदू मुसलमान ये सब नफरत, आप टीचर रहकर, और आपको जरा भी उसका वो एहसास नहीं है। बजाय इसके कि आप चुल्लू पर पानी में डूब मरते कि आप टीचर रहकर आपने इस तरह की हरकत की और आप ये कह रहे हैं कि नहीं मैंने नहीं किया, मुझे कोई उसका अफसोस नहीं है। अगर वहां पर नरेंद्र मोदी के कोई स्टैचू को जला देगा या उत्तर प्रदेश के मुख्यमंत्री के पोस्टर को फाड़ देगा तो पुलिस क्या करेगी बताइए हमको? क्या करेगी पुलिस? आप नहीं जाएंगे वहां पर, क्यों नहीं जाएंगे? क्यों नहीं जाएंगे वहां पर? आप बताइए, आप ये क्या हो रहा है? और आप उसके बाप से कह रहे हैं, बाप को दबाव डाल दिए। मैं बात किया वो बच्चे के फादर से, वो बोले कि मुझे आकर कहा गया कि गांव में माहौल खराब हो जाएगा। एक बाप अपनी बच्चे की इज्जत की लड़ाई नहीं लड़ सकता, उसके हक की लड़ाई नहीं लड़ेगा, माहौल खराब हो जाएगा। बच्चे को बिठाकर स्कूल में उसको पीटते हैं, वो माहौल जब खराब नहीं हो रहा है, अफसोसनाक बात है। ਜਨਦੀਪ ਕਾ ਫਿਰ ਤੋਂ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਉੱਤੇ। ਆਸਟ੍ਰੇਲੀਆ ਦੇ ਵਿੱਚ ਅਭਿਆਸ ਦੌਰਾਨ ਅਮਰੀਕੀ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, 3 ਜਵਾਨਾਂ ਦੀ ਮੌਤ, 20 ਹੋਰ ਜ਼ਖਮੀ। ਫਰਾਂਸੀਸੀ ਰਾਜਦੂਤ ਦੇਸ਼ ਛੱਡਣ ਦੇ ਲਈ 48 ਘੰਟੇ ਦੀ ਸਮਾਂ ਹੱਦ ਦਿੱਤੇ ਜਾਣ ਦੇ ਬਾਵਜੂਦ ਨਾਈਜਰ ਦੀ ਰਾਜਧਾਨੀ ਵਿੱਚ ਹੀ ਮੌਜੂਦ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਦਿੱਤੀ ਜਾਣਕਾਰੀ। ਵੂਮੈਨ ਵਿਸ਼ਵ ਕੱਪ ਜੇਤੂ ਟੀਮ ਦੀ ਖਿਡਾਰਨ ਨੂੰ ਜ਼ਬਰਦਸਤੀ ਕਿਸ ਕਰਨ ਦਾ ਮਾਮਲਾ ਅਦਾਲਤ ਵਿੱਚ ਪਹੁੰਚਿਆ, ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਕੀਤੀ ਜਾ ਸਕਦੀ ਹੈ ਕਾਰਵਾਈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ 24 ਦਿਨਾਂ ਬਾਅਦ ਆ ਸਕਦੇ ਨੇ ਜੇਲ੍ਹ ਤੋਂ ਬਾਹਰ। ਇਸਲਾਮਾਬਾਦ ਹਾਈ ਕੋਰਟ ਨੇ ਸਜ਼ਾ ਉੱਤੇ ਲਾਈ ਰੋਕ।
ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਬੁਲਟਨ ਦੇ ਵਿੱਚ ਇੰਨਾ ਹੀ। ਤੇ ਹੁਣ ਮੈਨੂੰ ਇਜਾਜ਼ਤ ਦਿਓ। ਧੰਨਵਾਦ।